ਬਹੁਤ ਸਮਾਂ ਪਹਿਲਾਂ ਕੋਰੀਆ ਦੇ ਛੋਟੇ ਜਿਹੇ ਪਿੰਡ ਵਿੱਚ ਦੋ ਭਰਾ ਆਪਣੇ ਪਿਤਾ ਨਾਲ ਰਹਿੰਦੇ ਸਨ। ਛੋਟਾ ਭਰਾ ਮਿਹਨਤੀ ਤੇ ਰਹਿਮਦਿਲ ਦਾ ਸੀ। ਵੱਡਾ ਭਰਾ ਘਮੰਡੀ ਸੀ। ਉਹ ਆਪਣੇ ਛੋਟੇ ਭਰਾ ਦਾ ਮਾਣ ਕਰਦਾ ਤੇ ਬੁੱਢੇ ਬਾਪ ਵੱਲ ਧਿਆਨ ਨਹੀਂ ਦਿੰਦਾ ਸੀ। ਹਰ ਰਾਤ ਭੋਜਨ ਕਰਨ ਮਗਰੋਂ ਪਿਤਾ ਆਖਦਾ, ਬੱਚਿਓ, ਯਾਦ ਰੱਖੋ, ਤੁਸੀਂ ਜੋ ਬੀਜੋਗੇ ਉਹੀ ਉਹ ਖਾਓਗੇ। ਛੋਟਾ ਪੁੱਤਰ ਆਪਣੇ ਪਿਤਾ ਦੀ ਗੱਲ ਧਿਆਨ ਨਾਲ ਸੁਣਦਾ, ਪਰ ਵੱਡਾ ਉਬਾਸੀਆਂ ਲੈਂਦਾ ਰਹਿੰਦਾ। ਪਿਤਾ ਨੇ ਮਰਨ ਵੇਲੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ, ਪੁੱਤਰੋ, ਯਾਦ ਰੱਖੋ, ਏਕੇ ਵਿੱਚ ਬਰਕਤ ਹੁੰਦੀ ਹੈ। ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ। ਰਲ ਮਿਲ ਕੇ ਕੰਮ ਕਰੋ। ਵੱਡੇ ਭਰਾ ਨੂੰ ਗੁੱਸਾ ਆ ਗਿਆ। ਜਿਉਂ ਹੀ ਪਿਤਾ ਦਾ ਸੰਸਕਾਰ ਹੋਇਆ, ਉਸਨੇ ਆਪਣੇ ਛੋਟੇ ਭਰਾ ਨੂੰ ਘਰੋਂ ਕੱਢ ਦਿੱਤਾ। ਛੋਟਾ ਭਰਾ ਨਿਰਾਸ਼ਾ ਵਿੱਚ ਕਈ ਮੀਲ ਤੁਰਦਾ ਗਿਆ ਅਤੇ ਅਜਿਹੀ ਜ਼ਮੀਨ ਕੋਲ ਪਹੁੰਚ ਗਿਆ ਜਿਸ ਨੂੰ ਕੋਈ ਲੈਣਾ ਨਹੀਂ ਸੀ ਚਾਹੁੰਦਾ। ਉਸਨੇ ਉੱਥੇ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਝੌਂਪੜੀ ਬਣਾ ਕੇ ਰਹਿਣ ਲੱਗਾ। ਆਪਣੀ ਮਿਹਨਤ ਨਾਲ ਉਸਨੇ ਚੰਗਾ ਧਨ ਕਮਾ ਲਿਆ ਅਤੇ ਵਿਆਹ ਕਰਵਾ ਕੇ ਪਰਿਵਾਰ ਵਾਲਾ ਬਣ ਗਿਆ। ਇੱਕ ਸਾਲ ਬਾਰਿਸ਼ ਨਾ ਹੋਈ ਅਤੇ ਧਾਨ ਦੀ ਫਸਲ ਮਰ ਗਈ। ਭੁੱਖ ਨਾਲ ਆਪਣੀ ਪਤਨੀ ਤੇ ਬੱਚਿਆਂ ਨੂੰ ਸਿਸਕੀਆਂ ਭਰਦੇ ਵੇਖ ਕੇ ਉਸ ਦਾ ਦਿਲ ਟੁੱਟ ਗਿਆ। ਉਹ ਆਪਣੇ ਅਮੀਰ ਭਰਾ ਕੋਲ ਗਿਆ ਅਤੇ ਉਸ ਨੂੰ ਪਿਤਾ ਵੱਲੋਂ ਦੋਹਾਂ ਨੂੰ ਦਿੱਤੀ ਜ਼ਮੀਨ ਵਿੱਚੋਂ ਪੈਦਾ ਹੋਏ ਕੁਝ ਚਾਵਲ ਦੇਣ ਲਈ ਆਖਿਆ। ਇਨਕਾਰ ਕਰਦਿਆਂ ਵੱਡੇ ਭਰਾ ਨੇ ਉਸ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ। ਛੋਟਾ ਭਰਾ ਜਿਉਂ ਹੀ ਪਿੰਡ ਬਾਹਰ ਨਿਕਲਿਆ ਤਾਂ ਉਸਨੇ ਦਰਖਤ ਤੋਂ ਕੋਈ ਆਵਾਜ਼ ਸੁਣੀ। ਇੱਕ ਸੱਪ ਚਿੜੀ ਦੇ ਬੱਚੇ ਤੇ ਹਮਲਾ ਕਰ ਰਿਹਾ ਸੀ। ਚਿੜੀ ਦਾ ਬੱਚਾ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਜ਼ਿਆਦਾ ਛੋਟਾ ਹੋਣ ਕਰਕੇ ਉੱਡ ਨਾ ਸਕਿਆ ਅਤੇ ਜ਼ਮੀਨ 'ਤੇ ਡਿੱਗ ਪਿਆ। ਉਸਨੇ ਉਸ ਨੂੰ ਚੁੱਕ ਲਿਆ। ਜਦੋਂ ਸੱਪ ਉੱਥੋਂ ਚਲਾ ਗਿਆ ਤਾਂ ਉਹ ਬੱਚੇ ਨੂੰ ਉਸ ਦੇ ਆਲਣੇ ਵਿੱਚ ਰੱਖ ਕੇ ਆਪਣੇ ਪਰਿਵਾਰ ਕੋਲ ਪਹੁੰਚ ਗਿਆ। ਉਹ ਆਪ ਭੁੱਖਾ ਰਹਿ ਕੇ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਲਿਆ ਕੇ ਖਵਾਉਂਦਾ। ਇੱਕ ਦਿਨ ਛੋਟੀ ਜਿਹੀ ਚਿੜੀ ਉਹਨਾਂ ਦੀ ਝੌਂਪੜੀ 'ਤੇ ਆ ਕੇ ਬੈਠ ਗਈ। ਇਹ ਉਹੀ ਚਿੜੀ ਸੀ ਜਿਸ ਨੂੰ ਛੋਟੇ ਭਰਾ ਨੇ ਸੱਪ ਤੋਂ ਬਚਾਇਆ ਸੀ। ਹੁਣ ਉਹ ਉੱਡ ਸਕਦੀ ਸੀ। ਝੌਂਪੜੀ 'ਤੇ ਬੈਠੀ ਉਹ ਧੰਨਵਾਦੀ ਗੀਤ ਗਾ ਰਹੀ ਸੀ। ਫਿਰ ਉਸਨੇ ਝੌਂਪੜੀ ਦੁਆਲੇ 3 ਚੱਕਰ ਲਾਏ ਅਤੇ ਜ਼ਮੀਨ ਦੇ ਇੱਕ ਨਮੀਦਾਰ ਹਿੱਸੇ 'ਤੇ ਵੱਡਾ ਬੀਜ ਸੁੱਟ ਦਿੱਤਾ। ਪਰਿਵਾਰ ਦੇ ਵੇਖਦੇ ਵੇਖਦੇ ਬੀਜ ਬੇਲ ਵਿੱਚ ਬਦਲ ਗਿਆ। ਬੇਲ ਵੱਡੀ ਹੁੰਦੀ ਗਈ। ਕੁਝ ਹੀ ਦਿਨਾਂ ਵਿੱਚ ਇਸ 'ਤੇ ਖਰਬੂਜੇ ਲੱਗ ਗਏ ਤੇ ਜਲਦੀ ਹੀ ਤੋੜਨ ਵਾਲੇ ਹੋ ਗਏ। ਪਿਤਾ ਜੀ, ਆਪਾਂ ਇੱਕ ਜਾਦੂਮਈ ਖਰਬੂਜਾ ਤੋੜ ਲਈਏ, ਬੱਚਿਆਂ ਨੇ ਕਿਹਾ। ਪਿਤਾ ਨੇ ਇੱਕ ਖਰਬੂਜਾ ਤੋੜਿਆ ਤੇ ਇਸ ਨੂੰ ਵਿਚਕਾਰੋਂ ਕੱਟਿਆ। ਇਸ ਵਿੱਚੋਂ ਤਾਂ ਸੋਨੇ ਦੇ ਸਿੱਕੇ ਭਰੇ ਹੋਏ ਸਨ ਤੇ ਇਹ ਉਸ ਦੇ ਪੈਰਾਂ ਵਿੱਚ ਡਿੱਗ ਪਏ। ਅਸਲ ਵਿੱਚ ਸਾਰੇ ਖਰਬੂਜਿਆਂ ਵਿੱਚ ਹੀ ਸੋਨੇ ਦੇ ਸਿੱਕੇ ਸਨ। ਉਹ ਬਹੁਤ ਅਮੀਰ ਬਣ ਗਏ। ਹੁਣ ਉਹਨਾਂ ਕੋਲ ਖਾਣ ਲਈ ਸਭ ਕੁਝ ਸੀ। ਉਹਨਾਂ ਨੇ ਵੱਡਾ ਘਰ ਖਰੀਦ ਲਿਆ। ਉਹਨਾਂ ਕੋਲ ਜ਼ਮੀਨ ਵੀ ਬਹੁਤ ਹੋ ਗਈ। ਜਦੋਂ ਵੱਡੇ ਭਰਾ ਨੂੰ ਛੋਟੇ ਦੇ ਇਸ ਤਰ੍ਹਾਂ ਅਮੀਰ ਹੋਣ ਦਾ ਪਤਾ ਲੱਗਿਆ ਤਾਂ ਉਸ ਨੂੰ ਉਸ ਨਾਲ ਈਰਖਾ ਹੋ ਗਈ। ਉਹ ਵੀ ਹੋਰ ਅਮੀਰ ਬਣਨ ਲਈ ਕੋਈ ਜਾਦੂਮਈ ਪੰਛੀ ਲੱਭਣ ਲੱਗਾ। ਇੱਕ ਦਿਨ ਉਸ ਦਾ ਪੈਰ ਟੂਟੀ ਲੱਤ ਵਾਲੇ ਪੰਛੀ ਵਿੱਚ ਵੱਜਿਆ। ਉਸਨੇ ਉਸ ਨੂੰ ਚੁੱਕਿਆ ਤੇ ਆਖਿਆ, ਛੋਟੇ ਪੰਛੀ, ਜੇ ਤੂੰ ਮੇਰੀ ਮਦਦ ਕਰੇਗਾ ਤਾਂ ਮੈਂ ਤੇਰੀ ਮਦਦ ਕਰਾਂਗਾ। ਪਰ ਛੋਟੇ ਪੰਛੀ ਨੂੰ ਪਤਾ ਸੀ ਕਿ ਉਹ ਤਾਂ ਜ਼ਾਲਮ ਤੇ ਲਾਲਚੀ ਹੈ। ਜਦ ਉਸ ਦੀ ਲੱਤ ਨੂੰ ਆਰਾਮ ਆ ਗਿਆ ਤਾਂ ਉਸਨੇ ਉਸ ਦੇ ਘਰ ਦੇ ਦੁਆਲੇ 3 ਚੱਕਰ ਲਾਏ ਅਤੇ ਬਾਹਰ ਗਿੱਲੀ ਜ਼ਮੀਨ 'ਤੇ ਇੱਕ ਬੀਜ ਸੁੱਟ ਦਿੱਤਾ। ਬੀਜ ਦੀ ਬੇਲ ਬਣ ਗਈ। ਆਪਣੇ ਛੋਟੇ ਭਰਾ ਵਰਗੀ ਕਿਸਮਤ ਦੀ ਉਮੀਦ ਕਰਦਿਆਂ ਉਹ ਬੇਲ ਨਾਲ ਲੱਗੇ ਖਰਬੂਜਿਆਂ ਨੂੰ ਵੱਡਾ ਹੁੰਦਾ ਵੇਖਦਾ ਰਿਹਾ। ਫਿਰ ਉਸਨੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਖਰਬੂਜਾ ਤੋੜ ਲਿਆ। ਜਦ ਉਸਨੇ ਇਸ ਨੂੰ ਕੱਟਿਆ ਤਾਂ ਇਸ ਵਿੱਚੋਂ ਸੋਨੇ ਦੇ ਸਿੱਕਿਆਂ ਦੀ ਥਾਂ ਸੈਂਕੜੇ ਸਿਪਾਹੀ ਬਾਹਰ ਨਿਕਲੇ, ਜਿਨ੍ਹਾਂ ਨੇ ਉਸ ਦਾ ਸਾਰਾ ਧਨ ਲੁੱਟ ਲਿਆ ਤੇ ਉਸ ਨੂੰ ਡੰਡਿਆਂ ਨਾਲ ਕੁੱਟਿਆ। ਕੁੱਟ ਪੈਣ ਕਰਕੇ ਉਸ ਦਾ ਅੰਗ ਅੰਗ ਦੁਖਦਾ ਸੀ, ਪਰ ਉਸਨੇ ਸੋਚਿਆ ਕਿ ਹੋਰ ਖਰਬੂਜਿਆਂ ਵਿੱਚ ਤਾਂ ਸੋਨੇ ਦੇ ਸਿੱਕੇ ਹੀ ਹੋਣਗੇ। ਉਸਨੇ ਦੂਜਾ ਖਰਬੂਜਾ ਕੱਟਿਆ। ਇਸ ਵਿੱਚੋਂ ਫੁੰਕਾਰੇ ਮਾਰਦੇ ਸੱਪ ਨਿਕਲਦੇ ਤੇ ਇਹ ਉਸ ਦੇ ਘਰ ਵਿੱਚ ਵੜ ਗਏ। ਉਸਨੇ ਤੀਜਾ ਖਰਬੂਜਾ ਕੱਟਿਆ ਅਤੇ ਇਸ ਵਿੱਚੋਂ ਨਿਕਲਦੇ ਚੂਹਿਆਂ ਨੂੰ ਵੇਖ ਕੇ ਉਹ ਪਾਸੇ ਹੋ ਕੇ ਖੜਾ ਹੋ ਗਿਆ। ਫਿਰ ਖਰਬੂਜੇ ਆਪਣੇ ਆਪ
ਫਟਣ ਲੱਗੇ ਅਤੇ ਇਹਨਾਂ ਵਿੱਚੋਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਣ ਲੱਗੇ, ਜਿਨ੍ਹਾਂ ਨੇ ਉਸ ਦਾ ਘਰ ਨਸ਼ਟ ਕਰ ਦਿੱਤਾ। ਉਹ ਆਪਣਾ ਘਰ ਛੱਡ ਕੇ ਦੌੜ ਗਿਆ। ਹੁਣ ਉਸ ਦੀ ਇੰਨੀ ਹਾਲਤ ਮਾੜੀ ਹੋ ਗਈ ਸੀ ਜਿੰਨੀ ਉਸ ਦੇ ਭਰਾ ਦੀ ਵੀ ਕਦੇ ਨਹੀਂ ਸੀ। ਉਹ ਪਿੰਡ ਪਿੰਡ ਜਾ ਕੇ ਰੋਟੀ ਮੰਗਦਾ। ਇੱਕ ਦਿਨ ਉਸ ਨੇ ਵੇਖਿਆ ਕਿ ਉਸ ਦਾ ਛੋਟਾ ਭਰਾ ਉਸ ਦੇ ਨੇੜੇ ਹੀ ਖੁਰਪਾ ਲਈ ਖੜਾ ਸੀ। ਉਸ ਨੂੰ ਵੇਖ ਕੇ ਉਹ ਉੱਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਭਰਾ ਨੇ ਉਸ ਵੱਲ ਪਿਆਰ ਨਾਲ ਵੇਖਿਆ ਤੇ ਆਖਣ ਲੱਗਿਆ, ਆਓ ਆਪਾਂ ਉਹੀ ਕਰੀਏ ਜੋ ਪਿਤਾ ਜੀ ਨੇ ਕਰਨ ਲਈ ਆਖਿਆ ਸੀ ਅਤੇ ਇਕੱਠੇ ਨਵੀਂ ਫਸਲ ਬੀਜੀਏ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਛੋਟੇ ਨੂੰ ਗਲ ਵੱਕੜੀ ਪਾ ਲਈ।